ਅੱਜ ਦੀ ਪ੍ਰੈਸ ਕਾਨਫਰੰਸ ਲੀਗਲ ਕਮੇਟੀ ਵੱਲੋਂ ਰੱਖੀ ਗਈ ਸੀ। ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਕੋਈ ਕਮਿਊਨੀਕੇਸ਼ਨ ਗੈਪ ਜ਼ਰੂਰ ਹੈ, ਕਿਉਂਕਿ ਕੁਝ ਪੱਤਰਕਾਰ ਸਾਥੀ ਲੱਗਦਾ ਹੈ ਜੇ ਆਨ ਦਾ ਵੇ ਨੇ, ਪਰ ਅਸੀਂ ਲੇਟ ਵੀ ਹੋ ਰਹੇ ਹਾਂ। 8 ਵਜੇ ਦਾ ਟਾਈਮ ਸੀ ਤਾਂ ਅਸੀਂ ਇਸ ਨੂੰ ਸ਼ੁਰੂ ਕਰਨ ਲੱਗੇ ਹਾਂ ਥੋੜੀ ਪਰਮਿਸ਼ਨ ਦੇ ਨਾਲ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਕੱਲ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਹੋਈ ਔਰ ਉਸ ਦੇ ਅੰਦਰ 26 ਤਰੀਕ ਨੂੰ ਜੋ ਘਟਨਾਕ੍ਰਮ ਵਾਪਰਿਆ ਉਸ ਨੂੰ ਬੜੀ ਗਹਿਰਾਈ ਨਾਲ ਦੇਖਿਆ ਗਿਆ, ਉਸ ਦੀ ਪੜਚੋਲ ਕੀਤੀ ਗਈ। ਸਰਕਾਰ ਦੀ ਜੋ ਬਹੁਤ ਡੂੰਘੀ ਸਾਜ਼ਿਸ਼ ਸੀ, ਜਿਸ ਦੇ ਅਧੀਨ ਕਿਸਾਨ ਪਰੇਡ ਜੋ ਸੈਂਕਸ਼ਨਡ ਰੂਟ ਸੀ ਉਸ ਰਾਹੀਂ ਉਸ ਨੂੰ ਨਾ ਜਾਣ ਦਿੱਤਾ ਗਿਆ ਔਰ ਇੱਕ ਬੜੀ ਕੌਨਸਪੀਰੇਸੀ ਤਹਿਤ ਦੂਜੇ ਪਾਸੇ ਜਿਹੜਾ ਲਾਲ ਕਿਲੇ ਵੱਲ ਨੂੰ ਰੂਟ ਸੀ ਉਹਨੂੰ ਖੋਲ੍ਹ ਦਿੱਤਾ ਗਿਆ। ਇਸ ਨਾਲ ਬਹੁਤ ਵੱਡਾ ਨੁਕਸਾਨ ਵੀ ਹੋਇਆ, ਮੋਰਚੇ ਨੂੰ ਵੀ ਹੋਇਆ ਟੈਂਪਰੇਰੀ, ਔਰ ਇਸ ਨਾਲ ਜਿਹੜੇ ਬੇਦੋਸ਼ੇ ਕਿਸਾਨ ਸਨ, ਨੌਜਵਾਨ ਸਨ, ਉਹਨਾਂ ਨੂੰ ਪੁਲਿਸ ਨੂੰ ਉਹਨਾਂ ਦੇ ਉੱਪਰ ਝੂਠੇ ਪਰਚੇ ਦਰਜ ਕਰਨ ਦਾ ਮੌਕਾ ਵੀ ਮਿਲਿਆ। ਸੋ ਇਹ ਗੱਲ ਨੂੰ ਕੱਲ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਵਿੱਚ ਵਿਚਾਰਿਆ ਗਿਆ ਔਰ ਇਸ ਦੀ ਪੈਰਵਾਈ ਕਰਨ ਦੇ ਲਈ ਜਿਹੜੇ ਨੌਜਵਾਨ ਕਿਸਾਨ ਜਿਨ੍ਹਾਂ ਤੇ ਪਰਚੇ ਦਰਜ ਹੋਏ ਜਾਂ ਜਿਨ੍ਹਾਂ ਦਾ ਅਜੇ ਕੋਈ ਟਰੇਸ ਨਹੀਂ ਹੋਏ, ਉਹ ਮਿਸਿੰਗ ਨੇ, ਉਹਨਾਂ ਦੀ ਜਾਣਕਾਰੀ ਹਾਸਲ ਕਰਨ ਲਈ, ਉਹਨਾਂ ਦੀ ਪੈਰਵਾਈ ਕਰਨ ਦੇ ਲਈ, ਕਿਉਂਕਿ ਉਹਨਾਂ ਦੇ ਮਾਂ-ਬਾਪ ਜੋ ਪਿੱਛੇ ਬੈਠੇ ਨੇ ਉਹ ਬੜੇ ਪਰੇਸ਼ਾਨ ਸਨ। ਸਾਨੂੰ ਸਾਰਿਆਂ ਨੂੰ ਉਹਨਾਂ ਨਾਲ ਬੜੀ ਹਮਦਰਦੀ ਹੈ ਜਿਨ੍ਹਾਂ ਦੇ ਇਸ ਤਰ੍ਹਾਂ ਬੇਦੋਸ਼ੇ ਨੌਜਵਾਨਾਂ ਤੇ ਪੁਲਿਸ ਨੇ ਧੱਕਾ ਵੀ ਕੀਤਾ ਔਰ ਪਰਚੇ ਦਰਜ ਕੀਤੇ। ਸੋ ਇਸ ਦੀ ਪੈਰਵਾਈ ਕਰਨ ਲਈ ਸੰਯੁਕਤ ਕਿਸਾਨ ਮੋਰਚਾ ਵੱਲੋਂ ਇੱਕ ਲੀਗਲ ਟੀਮ ਦਾ ਕੱਲ੍ਹ ਗਠਨ ਕੀਤਾ ਗਿਆ। ਤਾਂ ਉਹ ਲੀਗਲ ਟੀਮ ਦੇ ਮੈਂਬਰ, ਮੈਂ ਪ੍ਰੇਮ ਸਿੰਘ ਭੰਗੂ ਜਿਹੜਾ ਇਸ ਟੀਮ ਦਾ ਕਨਵੀਨਰ ਬਣਾਇਆ ਗਿਆ, ਮੈਨੂੰ ਮੇਰੇ ਖੱਬੇ ਪਾਸਿਓਂ ਬੀਬੀ ਰਵਿੰਦਰ ਕੌਰ, ਸਰ ਕਮਲਜੀਤ ਸਿੰਘ, ਇੰਦਰਜੀਤ ਸਿੰਘ, ਰਜਿੰਦਰ ਸਿੰਘ, ਦੀਪ ਸਿੰਘ ਵਾਲਾ ਤੇ ਹਰਪਾਲ ਸਿੰਘ ਤੇ ਵਿਕਾਸ ਈਸ਼ਰ, ਇਹ ਲੀਗਲ ਟੀਮ ਦੇ ਅਸੀਂ ਮੈਂਬਰ ਹਾਂ ਜੋ ਅੱਜ ਅਸੀਂ ਇਸ ਮਸਲੇ ਨੂੰ ਟੇਕ ਕਰਨ ਦੇ ਲਈ ਦਿੱਲੀ ਚੀਫ ਮਿਨਿਸਟਰ ਅਰਵਿੰਦ ਕੇਜਰੀਵਾਲ, ਉਹਨਾਂ ਦੇ ਨਾਲ ਉਹਨਾਂ ਦੇ ਹੋਮ ਮਿਨਿਸਟਰ ਮਿਸਟਰ ਸਤਿੰਦਰ ਜੈਨ ਤੇ ਜੋ ਜਲ ਸੰਚਾਰ ਮੰਤਰੀ ਨੇ ਰਾਘਵ ਚੱਡਾ ਜੀ, ਤੇ ਉਹਨਾਂ ਦੇ ਨਾਲ ਡਾਕਟਰ ਬਲਵੀਰ ਸਿੰਘ ਪਟਿਆਲਾ, ਅਸੀਂ ਉਹਨਾਂ ਨੂੰ ਸਾਡਾ ਲੀਗਲ ਟੀਮ ਦਾ ਵਫਦ ਮਿਲਿਆ। ਔਰ ਜੋ ਕੁਝ ਦਿੱਲੀ ਦੇ ਵਿੱਚ ਹੋਇਆ ਬੜੀ ਡੂੰਘੀ ਸਾਜ਼ਿਸ਼ ਦੀ, ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਇੱਕ ਖਾਸ ਤਰ੍ਹਾਂ ਦਾ ਫਿਰਕੂ ਨਫ਼ਰਤ ਫੈਲਾਉਣ ਦੇ ਲਈ, ਇੱਕ ਖਾਸ ਤਰ੍ਹਾਂ ਦੀ ਫਿਰਕੂ ਡਿਵਾਈਡ ਪੈਦਾ ਕਰਨ ਦੇ ਲਈ ਇਸ ਮੋਰਚੇ ਨੂੰ ਸੱਟ ਮਾਰਨ ਲਈ ਜੋ ਕੀਤਾ ਗਿਆ, ਉਸ ਬਾਰੇ ਅਸੀਂ ਆਪਣਾ ਕੰਸਰਨ ਹੈ ਜੋ ਚੀਫ ਮਿਨਿਸਟਰ ਕੋਲ ਰੱਖਿਆ ਔਰ ਇਹ ਮੰਗ ਕੀਤੀ ਕਿ ਐਡੀ ਵੱਡੀ ਸਾਜ਼ਿਸ਼ ਦਾ ਪਰਦਾ ਫਾਸ਼ ਕਰਨ ਦੇ ਲਈ ਔਰ ਜੋ ਬੇਦੋਸ਼ੇ ਲੋਕ ਨੇ ਉਹਨਾਂ ਦੇ ਖਿਲਾਫ ਝੂਠੇ ਪਰਚੇ ਦਰਜ ਹੋਏ, ਬਹੁਤ ਲੋਕ ਜੇਲ੍ਹਾਂ ਦੇ ਵਿੱਚ ਨੇ, ਬਹੁਤ ਲੋਕ ਅਜੇ ਜਿਹੜੇ ਟਰੇਸ ਨਹੀਂ ਹੋਏ, ਹੋ ਸਕਦਾ ਗੈਰ ਕਾਨੂੰਨੀ ਹਿਰਾਸਤ ਦੇ ਵਿੱਚ ਹੋਣ, ਹੈ ਵੀ ਨੇ। ਅਸੀਂ ਉਹ ਸਾਰੀਆਂ ਗੱਲਾਂ ਉਹਨਾਂ ਕੋਲ ਰੱਖੀਆਂ ਨੇ ਤੇ ਇਹ ਮੰਗ ਕੀਤੀ ਹੈ ਕਿ ਇਸ ਦਾ ਟੋਟਲ ਪਰਦਾ ਫਾਸ਼ ਕਰਨ ਦੇ ਲਈ ਇੱਕ ਜਿਹੜੀ ਜੁਡੀਸ਼ੀਅਲ ਇਨਕੁਆਇਰੀ, ਜੁਡੀਸ਼ੀਅਲ ਪ੍ਰੋਬ ਹੈ ਜਿਹੜੀ, ਉਹ ਆਰਡਰ ਕੀਤੀ ਜਾਏ ਤਾਂ ਕਿ ਹਰ ਚੀਜ਼ ਹੈ ਜਿਹੜੀ ਬਿਲਕੁਲ ਨੰਗੀ ਹੋ ਜਾਵੇ। ਤਾਂ ਇਹਦੇ ਲਈ ਉਹਨਾਂ ਨਾਲ ਇਹ ਗੱਲਬਾਤ ਹੋਈ ਤੇ ਇੱਕ ਰਿਪਰੈਜ਼ੈਂਟੇਸ਼ਨ ਜੋ ਲਿਖਤੀ ਲੀਗਲ ਟੀਮ ਵੱਲੋਂ ਉਹ ਵੀ ਉਹਨਾਂ ਨੂੰ ਦਿੱਤਾ ਗਿਆ ਤਾਂ ਕਿ ਸਾਰਾ ਜਿਹੜਾ ਵਾਕਿਆ ਹੈ ਇਹ ਲੋਕਾਂ ਸਾਹਮਣੇ ਆਵੇ। ਜਿਹੜੇ ਲੋਕ ਅੱਜ ਵੀ ਜਿਹੜਾ ਪੁਲਿਸ ਪ੍ਰਸ਼ਾਸਨ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਉਹ ਪਰੇਸ਼ਾਨ ਕਰ ਰਿਹਾ ਹੈ। ਇੱਥੇ ਇੰਟਰਨੈਟ ਸੇਵਾਵਾਂ ਨਹੀਂ ਹੈ, ਬਿਜਲੀ ਪਾਣੀ ਦਾ ਸਵਾਲ, ਔਰ ਥਾਂ ਥਾਂ ਬੈਰੀਕੇਡ ਲਗਾ ਕੇ ਲੋਕਾਂ ਨੂੰ ਆਉਣ ਜਾਣ ਲਈ ਵੀ ਦਿੱਕਤਾਂ ਖੜੀਆਂ ਕੀਤੀਆਂ ਜਾ ਰਹੀਆਂ ਨੇ। ਸਾਡੇ ਨੋਟਿਸ ਦੇ ਵਿੱਚ ਇਹ ਵੀ ਹੈ ਕਿ ਪੱਤਰਕਾਰ ਭਰਾਵਾਂ ਨੂੰ ਵੀ ਉਹਨਾਂ ਦੇ ਆਉਣ 'ਤੇ ਵੀ ਭਾਰੀ ਪਾਬੰਦੀਆਂ ਨੇ, ਉਹਨਾਂ ਨੂੰ ਕਾਰਡ ਦਿਖਾਓ, ਹੋਰ ਕਰੋ, ਕਾਫੀ ਪਰੇਸ਼ਾਨੀ ਪੁਲਿਸ ਕਰ ਰਹੀ ਹੈ ਹਰ ਪਾਸੇ। ਇਹਦੀ ਵੀ ਅਸੀਂ ਨਿੰਦਾ ਕੀਤੀ, ਇਹ ਵੀ ਮੰਗ ਕੀਤੀ ਕਿ ਇਸ ਦੇ ਬਾਰੇ ਵੀ ਜਿਹੜੀ ਸੋਚ ਵਿਚਾਰ ਕਰਕੇ ਇਹਦਾ ਵੀ ਕੋਈ ਹੱਲ ਕੱਢਿਆ ਜਾਏ। ਸੋ ਅੱਜ ਜਿਹੜੀ ਲੀਗਲ ਟੀਮ ਹੈ, ਕੱਲ੍ਹ ਜਿਸ ਦਾ ਗਠਨ ਹੋਇਆ, ਉਸ ਨੇ ਅੱਜ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਔਰ ਜਿੰਨਾ ਕੰਮ ਕੀਤਾ
ਉਹ ਤੁਹਾਡੇ ਸਾਹਮਣੇ ਅੱਜ ਰੱਖਿਆ। ਅਜੇ ਕੱਲ੍ਹ ਨੂੰ ਵੀ ਹੋਰ ਕੰਮ ਕਰਨੇ ਬਾਕੀ ਨੇ, ਉਹ ਅਸੀਂ ਕਰਾਂਗੇ ਤੇ ਉਸ ਦੀ ਜਾਣਕਾਰੀ ਤੁਹਾਨੂੰ ਉਸ ਤਰ੍ਹਾਂ ਦੇਵਾਂਗੇ। ਹੁਣ ਜਿਹੜੀ ਅਗਲੀ ਜਾਣਕਾਰੀ ਹੈ ਮੇਰੇ ਸਾਥੀ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਉਹ ਤੁਹਾਨੂੰ ਦੇਣਗੇ। ਸਤਿਕਾਰਯੋਗ ਪੱਤਰਕਾਰ ਸਾਥੀਓ, ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਤੇ ਉਹਨਾਂ ਦੇ ਹੋਰਾਂ ਸਾਥੀਆਂ ਨੂੰ ਅਸੀਂ ਅੱਜ ਮਿਲੇ ਸੀ, ਜਿੰਦੇ 'ਚ ਉਹਨਾਂ ਨੇ ਕਿਹਾ ਕਿ ਜਿਹੜਾ ਪੁਲਿਸ ਆਪਾਂ ਨੂੰ ਪਤਾ ਕਿ ਉਹਨਾਂ ਦੇ ਅੰਡਰ ਨਹੀਂ ਹੈ, ਉਹਨਾਂ ਨੇ ਕਿਹਾ ਕਿ ਜਿਹੜਾ ਜੇਲ੍ਹ ਆ ਉਹ ਦਿੱਲੀ ਸਰਕਾਰ ਦੇ ਅੰਡਰ ਆ, ਔਰ ਜਿੰਦੇ 'ਚ ਉਹਨਾਂ ਨੇ ਸਾਨੂੰ ਇਹ ਰਿਕਾਰਡ ਵੀ ਜਿਹੜਾ ਮੁਹੱਈਆ ਕਰਵਾਇਆ ਹੋਮ ਮਿਨਿਸਟਰ ਸਤਿੰਦਰ ਜੈਨ ਜੀ ਹੋਰਾਂ ਨੇ ਕਿ 115 ਲੋਕ ਜਿਹੜੇ ਉਹ ਤਿਹਾੜ ਜੇਲ੍ਹ ਦੇ ਵਿੱਚ ਬੰਦ ਨੇ। ਜਿਹੜਾ ਐਗਜ਼ੈਕਟ ਫਿਗਰ ਹੈਗੀ ਆ ਉਹ 115 ਜਾਣਿਆਂ ਦੀ ਹੈਗੀ ਆ, ਜਿਹੜੀਆਂ ਕੋਈ 122 ਦੀ ਲਿਸਟ ਜਾਰੀ ਕਰ ਰਿਹਾ, ਕੋਈ 163 ਕਹਿ ਰਿਹਾ ਹੈਗਾ, ਜੋ ਦਿੱਲੀ ਸਰਕਾਰ ਵੱਲੋਂ ਰਿਕਾਰਡ ਪ੍ਰੋਵਾਈਡ ਕਰਾਇਆ ਗਿਆ ਕਿ ਤਿਹਾੜ ਜੇਲ੍ਹ ਦੇ ਵਿੱਚ 115 ਇਹ ਸਾਡੇ ਜਿਹੜੇ ਆ ਅੰਦੋਲਨਕਾਰੀ ਸਾਥੀ ਉਹ ਬੰਦ ਨੇ। ਔਰ ਇਹ ਲਿਸਟ ਅਸੀਂ ਉਹਨਾਂ ਦੀ ਪੂਰਾ ਜਿਹੜਾ ਡਾਟਾ ਹੈਗਾ ਉਹ ਕਿਸਾਨ ਏਕਤਾ ਮੋਰਚਾ ਦੇ ਪੇਜ ਤੋਂ ਉਹ ਪਾ ਦਿੱਤਾ ਜਾਊਗਾ। ਔਰ ਇਹਦੇ 'ਚ ਉਹਨਾਂ ਨੇ ਕਿਹਾ ਕਿਉਂਕਿ ਜੇਲ੍ਹ ਉਹਨਾਂ ਦੇ ਅੰਡਰ ਹੈਗੀ ਆ, ਤੋ ਉਹਦੇ 'ਚ ਅਸੀਂ ਮੰਗ ਕੀਤੀ ਕਿ ਜੇਲ੍ਹ ਦੇ ਵਿੱਚ ਜਿੰਨੇ ਵੀ ਸਾਡੇ ਵੀਰ ਸਾਡੇ ਸਾਥੀ ਬੰਦ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਜਿਹੜੀ ਆ ਉਹ ਨਹੀਂ ਆਉਣੀ ਚਾਹੀਦੀ ਗੀ। ਤੋ ਉਹਦੇ 'ਤੇ ਜਿਹੜਾ ਹੈਗਾ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕੋਈ ਮੁਸ਼ਕਲ ਨਹੀਂ ਆਊਗੀ। ਇਹਦੇ 'ਤੇ ਅਸੀਂ ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਜਿਹੜੇ 115 ਲੋਕ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦਾ ਜੇਲ੍ਹ 'ਚ ਖਾਣ ਪੀਣ ਬਿਹਤਰ ਹੋ ਸਕੇ, ਉਹਦੇ ਵਾਸਤੇ ਅਸੀਂ ਸੰਯੁਕਤ ਕਿਸਾਨ ਮੋਰਚਾ ਵੱਲੋਂ ਕੱਲ੍ਹ ਨੂੰ ਉਹਨਾਂ ਦੇ ਪਰਿਵਾਰਕ ਮੈਂਬਰਾਂ ਰਾਹੀਂ ਜਾਂ ਹੋਰ ਕੋਈ ਬੰਦਾ ਭੇਜ ਕੇ ਜਾਂ ਉੱਥੇ ਜਿਹੜੀ ਹੈਗੀ ਅਸੀਂ ਉਹਨਾਂ ਨੂੰ ਵੱਧ ਤੋਂ ਵੱਧ ਰਾਸ਼ੀ ਜਿਹੜੀ ਆ ਜੇਲ੍ਹ 'ਚ ਜਮ੍ਹਾਂ ਕਰਵਾਵਾਂਗੇ ਤਾਂ ਕਿ ਉਹ ਹਰ ਤਰ੍ਹਾਂ ਦੀ ਜਿਹੜੀ ਉਹਨਾਂ ਨੂੰ ਇੱਕ ਮਾਨਵੀ ਸਹੂਲਤ ਹੈਗੀ ਆ ਉਹ ਮਿਲ ਸਕੇ, ਕਿਸੇ ਵੀ ਤਰ੍ਹਾਂ ਦੀ ਜਿਹੜੀ ਦਿੱਕਤ ਉਹ ਨਾ ਆਵੇ। ਬਾਕੀ ਜਿਹੜੇ ਮਿਸਿੰਗ ਲੋਕਾਂ ਬਾਰੇ ਚਲੋ ਇਹ ਸਾਥੀ ਅੱਗੇ ਗੱਲ ਕਰਨਗੇ ਵੀ ਜਿਸ ਤਰ੍ਹਾਂ ਦਾ ਸਰਕਾਰ ਦਾ ਰਵੱਈਆ ਹੈਗਾ ਕਿ ਜਿਵੇਂ ਹੁਣ ਤੱਕ ਜਾਣਕਾਰੀ ਉਹਨਾਂ ਨੇ ਨਹੀਂ ਦਿੱਤੀ ਗਈ, ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦਿੱਲੀ ਪੁਲਿਸ ਨੇ ਪ੍ਰੋਪਰ ਜਾਣਕਾਰੀ ਨਹੀਂ ਦਿੱਤੀ ਗਈ। ਔਰ ਇਹ ਜਾਣਕਾਰੀ ਜਿਹੜੀ ਅੱਜ ਨਿਕਲ ਕੇ ਸਾਹਮਣੇ ਆਈ ਹੈਗੀ ਆ ਕਿ ਜੇ ਕੋਈ ਸਾਡਾ ਸਿਪਾਹੀ ਵੀ ਫੌਜੀ ਵੀ ਕੋਈ ਬਾਰਡਰ ਕ੍ਰਾਸ ਕਰ ਜੇ ਤਾਂ ਦੁਸ਼ਮਣ ਦੇਸ਼ ਵੀ ਜਿਹੜਾ ਇਸ ਤਰ੍ਹਾਂ ਨਹੀਂ ਕਰਦਾਗਾ। ਇੱਧਰ ਦਾ ਪਾਇਲਟ ਪਾਕਿਸਤਾਨ ਲੰਘ ਗਿਆ ਸੀਗਾ, ਆਪਾਂ ਸਾਰਿਆਂ ਨੂੰ ਪਤਾ ਕਿ ਉਹ ਵੀ ਪਾਕਿਸਤਾਨ ਸਰਕਾਰ ਨੇ ਵਾਪਸ ਕਰਤਾ ਸੀ। ਔਰ ਸਾਡੇ ਹੀ ਦੇਸ਼ ਦੇ ਕਿਸਾਨ, ਉਹ ਕਿਸਾਨ ਜਦੋਂ ਆਰਥਿਕਤਾ ਦੇ ਸਾਰੇ ਖੇਤਰ ਡਾਊਨ ਜਾ ਰਹੇ ਆ ਤੇ ਸਿਰਫ ਖੇਤੀਬਾੜੀ ਖੇਤਰ ਨੇ ਜਿਹੜਾ ਸੀਗਾ ਵਿਕਾਸ ਉਹ ਦਰਜ ਕੀਤਾ, ਉਸ ਖੇਤਰ ਨੂੰ ਤਬਾਹ ਕਰਨ ਲਈ ਕਾਨੂੰਨ ਲਿਆਂਦੇ ਤੇ ਉਹਨੂੰ ਬਚਾਉਣ ਲਈ ਜੋ ਲੋਕ ਸੰਘਰਸ਼ ਕਰ ਰਹੇ ਆ, ਉਹ ਜੇ ਦਿੱਲੀ ਅੰਦਰ ਗਏ ਹੈਗੇ ਆ ਸੰਘਰਸ਼ ਦੇ ਦੌਰਾਨ ਤੇ ਉਹਨਾਂ ਨੂੰ ਜਿਸ ਤਰ੍ਹਾਂ ਤਸ਼ੱਦਦ ਕੀਤਾ ਗਿਆ ਔਰ ਜਿਸ ਤਰ੍ਹਾਂ ਉਹਨਾਂ ਦੀ ਜਾਣਕਾਰੀ ਅੱਜ ਤੱਕ ਨਹੀਂ ਦਿੱਤੀ ਗਈਗੀ, ਇਹਦੇ ਤੋਂ ਇਹ ਲੱਗਦਾ ਔਰ ਜਿਸ ਤਰ੍ਹਾਂ ਹੁਣ ਇਹ ਕੰਡਿਆਲੀਆਂ ਤਾਰਾਂ ਜੋ ਸਭ ਕੁਝ ਕੀਤਾ ਜਾ ਰਿਹਾ ਕਿ ਇਹ ਸਰਕਾਰ ਕਿੰਨਾ ਦੁਸ਼ਮਣਾਨਾ ਜਿਹੜਾ ਰਵੱਈਆ ਉਹ ਰੱਖਦੀ ਆ। ਅਸੀਂ ਜੇਲ੍ਹ ਦੇ ਵਿੱਚ ਜਿੰਨੇ ਲੋਕ ਬੰਦ ਆ, ਸੰਯੁਕਤ ਕਿਸਾਨ ਮੋਰਚਾ ਹਰ ਪੱਖੋਂ ਉਹ ਮੁਫਤ ਕਾਨੂੰਨੀ ਸਹਾਇਤਾ ਹੈਗੀ ਆ, ਹਰ ਪੱਖੋਂ ਡਟਵੀਂ ਉਹਨਾਂ ਦੀ ਜਿਹੜੀ ਹੈਗੀ ਆ ਮਦਦ ਕਰੂਗਾ ਔਰ ਉਹਨਾਂ ਦੀ ਰਿਹਾਈ ਤੱਕ ਜੋ ਕੁਝ ਵੀ ਚਾਰਾਜੋਈ ਕਰਨੀ ਪਈ ਹੈਗੀ ਉਹ ਤੇ ਜਿਹੜੇ ਨੌਜਵਾਨ ਗੁੰਮ ਹੋਏ ਆ ਉਹਨਾਂ ਵਾਸਤੇ ਜੋ ਵੀ ਚਾਰਾਜੋਈ ਕਰਨੀ ਪਈ ਸੰਯੁਕਤ ਕਿਸਾਨ ਮੋਰਚਾ ਜਿਹੜਾ ਹੈਗਾ ਉਹ ਡਟ ਕੇ ਕਰੇਗਾ। इंद्रजीत जी। साथियों, जैसा कि हमारे कन्वीनर साहब ने बताया है, हमारा प्रतिनिधि मंडल दिल्ली के मुख्यमंत्री साहिबान श्री अरविंद केजरीवाल जी से आज मिला और हम इस बात से संतुष्ट हैं कि उन्होंने हमारी बात विस्तार से सुनी और ये जो आंदोलन चल रहा है किसानों का, पुनः उन्होंने अपनी जो एकजुटता है वो इस आंदोलन के प्रति फिर से अभिव्यक्त की है हमारे सामने। और उन्होंने हमें ये आश्वस्त किया है कि जो भी मसले हमने जो उनके सामने ज्ञापन के माध्यम से उठाए हैं वो जो उनके अधिकार क्षेत्र में आते हैं, विच कम्स अंडर हिज ओवन परव्यू, उनको वो बहुत ही गंभीरता से और प्रायोरिटी बेस के ऊपर तुरंत डील करेंगे, ऐसा उन्होंने आश्वस्त किया है। और साथ ही उन्होंने ये भी कहा है कि जो मसले उनके अधिकार क्षेत्र में नहीं है और केंद्र सरकार के अधिकार क्षेत्र में है, उनके बारे में भी वो अलग अलग से कम्युनिकेशन लिख के और एलजी के माध्यम से गृह मंत्रालय को और केंद्र सरकार को भी भेजेंगे। तो हम समझते हैं
कि इस सिलसिले में जो भी हमें उनसे अपेक्षा थी वो निश्चित तौर पर कार्रवाई करेंगे। और हमारी जो पूरी की पूरी ये लीगल हेल्प के लिए जो टीम बनी हुई है, संयोजक साहब ने आज पूरा स्क्रीनिंग भी करके और पूरा रिकॉर्ड उनके पास है, और हम पूरे तमाम प्रदेशों के जो भी गिरफ्तार या मिसिंग लोग हैं उनके सार्वजनिक सूचना करने के लिए भी नंबर वगैरह सारे जारी किए हुए हैं। और हम आपके माध्यम से तमाम लोगों से ये जरूर अपील करेंगे कि जिन जिन के पास कोई भी सूचना या जिनका कोई भी नियर एंड डियर जो है उसकी जानकारी उससे संबंधित लेनी हो तो वो जरूर इन फोनों के माध्यम से जो जारी किए गए हैं वो उन तक जरूर उनके माध्यम से इस कमेटी से जुड़कर वो सूचनाएं ले सकते हैं। बहुत बहुत धन्यवाद। अब हरपाल सिंह जी। साथियों नमस्कार। साथियों, अभी 4-5 दिन पहले आपके माध्यम से एक नंबर जारी किया था सरदार गुरनाम जी सडूनी ने, 93 15 84 85 86। सभी लोगों के फ़ोन आ रहे थे, वो देख रहे थे ये नंबर गुरनाम जी ने सही दिया या गलत। आज वो मेरा ही नंबर है और मेरे पे काफ़ी कॉल आ रहे हैं, मैं रिकॉर्ड भी कर रहा हूँ उन सबको जो मिस हुए हैं हमारे साथी। तो आप सबके माध्यम से मैं बताना चाहूँगा वो नंबर बिल्कुल सही है और वो मेरा है। तो साथियों, एक तो जो हमारे मिस हैं वो 28-29% हमारे मिस हैं जो मैच नहीं कर रहे हैं, वो वैसे टैली कर लेंगे हम सभी मिलकर सुबह तक, तो वो जानकारी सब तक हो जाएगी। और अभी हमने और नंबर भी 5-6 जारी किए हैं जो मेरे साथी अभी आपको वो नंबर भी आपके माध्यम से जारी कर देंगे। मैं सभी परिवारों से एक तो आपके माध्यम से विश्वास दिलाना चाहता हूँ कि जो भी आज जेल में हमारे साथी हैं वो सभी परिवारों से कहना चाहता हूँ कि वो संयुक्त किसान मोर्चे के परिवार का हिस्सा हैं, वो हमारे ही परिवार से हैं। और आप सभी कोई भी परिवार चिंता ना करें, हम सभी जैसे हमारे सीनियर साहिबान ने जानकारी दे दी है कि हम उनके बहुत सीनियर वकीलों का पैनल भी तैयार हो चुका है, बहुत जल्दी हम रिजल्ट पे पहुंचेंगे। और आप सबका धन्यवाद। साथियों नमस्कार। देखिए, एक तो जो हमारे पास नंबरिंग थी 122 की लिस्ट थी और जो दिल्ली सरकार ने 115 की लिस्ट दी है, ये बड़े भ्रम करने वाली स्थिति है। और जो हमारे साथियों का अभी तक मैच ना करना, ये भी भ्रम करने वाली स्थिति है कि जो 122 की लिस्ट में भी नहीं है, 115 की लिस्ट में भी नहीं है। पूरी जानकारी तो हम एक बार टैली करके देंगे, लेकिन ये कहीं ना कहीं प्रश्न चिन्ह लगाता है केंद्र सरकार के ऊपर, प्रशासन के ऊपर, कि हमारे साथी जेल में भी नहीं है, हमारे साथी घर के ऊपर भी नहीं है, हमारे साथी किसी लिस्ट के अंदर भी नहीं है कुछ साथी। तो ये बहुत बड़ा प्रश्न चिन्ह है सरकार के ऊपर। और जो हमारे साथी जो संयुक्त मोर्चे के द्वारा दिए गए रूट से गिरफ्तार किए गए साथी, ज्यादातर इनमें जो रूट परमिशन जो सरकार ने दी थी उस परमिशन के रूट के ऊपर से, टिकरी धरने के ऊपर से जो है नजफगढ़ से कुछ साथी गिरफ्तार किए गए हैं, टिकरी धरने के ऊपर से गिरफ्तार किए गए हैं, नांगलोई से गिरफ्तार किए गए हैं, जो बिल्कुल नाजायज तरीके से गिरफ्तार किए गए हैं। ये सरकार की तानाशाही है, ये लोकतंत्र की हत्या है। और कुछ किसानों को, हमारे किसानों को पुलिस ने जबरदस्ती हमारा रास्ता डाइवर्ट करके हमारे किसानों के ऊपर आंसू गैस के गोले छोड़ के हमारे जो रास्ते जो प्रॉपर दिए गए थे उनको बैरिकेड करके कुछ अनजान किसानों को अंदर घुसाने का काम किया, ये जो कि बिल्कुल इलीगल है। और जो हमारे आंदोलन को तोड़ने का प्रशासन और सरकार प्रयास कर रही है। और मैं कहना चाहूँगा आपके माध्यम से, जो भी किसान साथी जिसके ऊपर भी झूठे केस मुकदमे बने हैं, जिस किसान साथी का ट्रैक्टर 20 से ज़्यादा ट्रैक्टर हमारे गुम हैं और जो जिनकी कुछ ट्रैक्टरों की हवा निकाल करके ज़बरदस्ती जाम लगाए गए इस प्रशासन के द्वारा, और जब वो ट्रैक्टर लेने के लिए गए उनको भी गिरफ्तार किया गया। कुछ साथी रेल से उतरे उनको भी गिरफ्तार किया गया। और कुछ गिरफ्तारियां आज ही
हरियाणा के अंदर आज भी मुझे पता चला है कि कुछ गिरफ्तारियां हरियाणा के अंदर आज भी हुई हैं। तो ये जो सरकार की तानाशाही है ये बिल्कुल नाजायज है, असंवैधानिक है और किसानों के साथ अन्याय है। जो कि देश के नागरिक हैं, किसान किसी दूसरे देश के नागरिक नहीं है। ये तो मैं कहूँगा कि अंग्रेजी सरकार में भी एक बात होती थी कि अंग्रेजी सरकार में न्याय और भाव होता था, लेकिन इस सरकार ने तो न्याय भाव भी नहीं छोड़ा। हम बिल्कुल किसानों के साथ खड़े हैं। जब तक उनके मुकदमे वापस नहीं हो जाते, जब तक उनके ट्रैक्टर की एक एक चीज बरामद नहीं हो जाती, तब तक हम किसानों के साथ खड़े हैं। और ये आंदोलन किसानों के लिए आंदोलन है, इसमें बिल्कुल किसी भी किसान को घबराने की आवश्यकता नहीं है। कुछ नंबर मैं आपको आपके माध्यम से देना चाहूँगा जिनसे संपर्क आप कर सकते हैं, जो भी साथी इसको सुने। एक नंबर तो भाई साहब ने बता दिया है। एक नंबर है 99-142 31 पूरे 100, 99-142 31 पूरे 100। दूसरा नंबर है 98-140 047 29। तीसरा नंबर है 94-164 95 827। अगला नंबर है 98-133 64 100 64 100 पूरे। अगला नंबर है 81-980 22 033। जो भी किसान भाई इन नंबरों को सुने, अपने आस पड़ोस से किसी भी किसान का ट्रैक्टर गुम है, किसी का बच्चा कोई बुजुर्ग गुम है, आस पड़ोस से जानकारियां ले। इन किसी भी नंबर के माध्यम से, चाहे वो साथी हरियाणा का सुनता हो, चाहे वो पंजाब का साथी सुनता हो, हरियाणा वाला पंजाब के साथी को भी बता सकता है, पंजाब वाला हरियाणा के साथी को भी बता सकता है। ये सूचनाएं जरूर दें ताकि ये जो लीगल कमेटी है उनके बचाव के प्रयास कर सके। आप सबका बहुत बहुत धन्यवाद। हाँ कोई मैं दस पंजाबी च पहला दस चुके ना सी, इंग्लिश भी दस देवांगे। नहीं नहीं नंबर बोल रहे हैं वो इंग्लिश में। अच्छा अच्छा मैं नंबर बोल रहे हैं, मैं कोई नहीं। नंबर पंजाबी दसने वास्ते क्या ना नंबर के लिए बोल रहे हैं। नहीं पहले तो हमें एक आपको चीज़ बता दें इसमें जो रह गई थी, क्योंकि देखो जो ये 115 की लिस्ट है, पहले तो बहुत इसमें आता रहा कि 122 है, 163 है, 64 है, बहुत कन्फ्यूज़न था कि कितने लोग कस्टडी में हैं। पर आज ये ऑफिशियली फ्रॉम द होम मिनिस्ट्री ये हमको मिली है कि 115 लोग हैं। उनके ऊपर क्या धाराएं हैं, वो क्या है, सारा इसमें डिटेल है। और दूसरा ये भी आपको पता है कि जब इन लोगों को पकड़ा गया तो बहुत लोगों की मारपीट भी हुई, टॉर्चर भी हुआ, इंजरीज भी आई, पर अभी तक किसी का कोई मेडिकल एग्जामिनेशन नहीं हुआ। आज हमने ये मांग उठाई है कि सभी का मेडिकल एग्जामिनेशन हो, उसके लिए मेडिकल बोर्ड बने। और क्योंकि जो डिपार्टमेंट ऑफ प्रिजन्स है ये होम मिनिस्ट्री के अंडर है दिल्ली की, इसलिए उनके अधिकार क्षेत्र में है। उन्होंने कहा कि हम ये करवाएंगे तुरंत इसका, जिसको इंजरी से है उनके पेरेंट्स मिलेंगे, लिस्ट प्रोवाइड करो, मेडिकल बोर्ड बन के उनका मेडिकल एग्जामिनेशन होगा। ये हमने इसके लिए किया है एक। और दूसरा जैसे बताया, उनके पेरेंट्स को पहले बहुत दिक्कतें आ रही थी कि वो कैसे मिलेंगे, किसी का पता नहीं था, तो उन्होंने कहा कि हम सब हेल्प करेंगे उनके पेरेंट्स को। उनका कोई नियर एंड डियर जो भी है, उनका कोई एडवोकेट हो जो पैरवाई करते हैं कोर्ट में, उनको मिलने के लिए बिल्कुल वहाँ हालात हैं जो ऐसे होंगे, किसी को कोई रुकावट नहीं होगी और नहीं होगी। उनको हर फैसिलिटी जैसे राजेंद्र सिंह ने बुलाया प्रोवाइड भी की जाएगी। और बाकी जितने मिसिंग लोग हैं 29 अभी मिसिंग है, जो हमारे पास रिपोर्ट है। वैसे तो किसान एकता मोर्चा की जो वेबसाइट है उस पर से आज भी हमने बोला है, नंबर दे के यही नंबर उस पर पाए हैं कि किसी के पास कोई भी इंफॉर्मेशन है हमारे को भेजो, एकता मोर्चा उसको भेजो। और हमारी जो ऑर्गेनाइजेशंस हैं तो उनको भी हमने कहा कि इंफॉर्मेशन कलेक्ट करो, क्योंकि जब भी हमारे पास आएगी ना उसके बाद ही कोई हम लीगल कार्रवाई कर पाएंगे। जितनी हमारे पास थी ये लीगल कस्टडी में है, इनका लीगल कोर्स देखें क्या है, बेल का क्या है, वो
मिल करके कल इसकी कार्रवाई फर्दर हम करेंगे। और जो अभी अनट्रेस है या मिसिंग है उनकी लिस्ट हमने प्रोवाइड कर दी 29। ये बहुत कम है, और भी सारे लोग हैं, उनके आने दीजिए, जैसे आएंगे उसका करेंगे। तो ये नंबर्स हैं जो आप कह रहे हैं इंग्लिश में बता दिए, तो इंग्लिश में राजेंद्र सिंह आपको बता देंगे, और आप जो जानकारी हमारे से को लेना चाहें क्वेश्चन वगैरह वो भी हम आपको आंसर करेंगे। ਜ਼ਰੂਰ ਕਰਦੇ ਹੋ ਵੀ ਜਿੱਦਾਂ ਇਹਨਾਂ ਨੇ ਕਿਹਾ ਵੀ 115 ਜਣਿਆਂ ਦੀ ਜਿਹੜੀ ਲਿਸਟ ਆ ਸਿਰਫ ਉਹਨਾਂ ਦੀ ਆ ਜਿਹੜੇ ਪ੍ਰਸ਼ਾਸਨ ਵੱਲੋਂ ਦਿੱਤੇ ਰੂਟ ਤੇ ਗਏ ਸੀ ਜਾਂ ਜਿਹੜੇ ਦਿੱਲੀ ਦੇ ਅੰਦਰ ਐਂਟਰ ਕੀਤੇ ਨੇ ਉਹ ਵੀ ਵਿੱਚ? ਦੇਖੋ ਇਹ ਨਹੀਂ ਇਸ਼ੂਗਾ, ਕਿਸੇ ਵੀ ਰੂਟ ਥਾਈ ਗਏ ਉਹ ਸਾਰੇ ਸਾਡੇ ਆ। ਹਰ ਉਹ ਬੰਦਾ, ਉਹ ਭਾਵੇਂ ਜਿਹੜੇ ਮਰਜ਼ੀ ਰੂਟ ਰਾਹੀਂ ਰਿਹਾ ਗਿਆ, ਉਹ ਜੇਲ੍ਹ ਦੇ ਵਿੱਚ ਆ, ਗੁੰਮ ਆ, ਉਹਦੀ ਪੈਰਵਾਈ ਕਰਨਾ ਸੰਯੁਕਤ ਕਿਸਾਨ ਮੋਰਚੇ ਦੀ ਜ਼ਿੰਮੇਵਾਰੀ ਆ, ਔਰ ਉਹ ਜ਼ਿੰਮੇਵਾਰੀ ਨਿਭਾ ਰਹੇ ਆ। ਜਿਹੜੀ ਇਹਨਾਂ ਨੇ ਕਿਹਾ ਕਿ 29 ਅਸੀਂ ਲਿਸਟ ਦਿੱਤੀ, ਅੱਜ 29 ਲੋਕ ਜਿਹੜੇ ਮਿਸ ਆ, ਤੇ ਸਾਨੂੰ ਜਿਹੜੀ ਇਹ ਲਿਸਟ ਮਿਲੀ 115 ਦੀ, ਅਸੀਂ ਟੈਲੀ ਕਰਾਂਗੇ ਵੀ ਉਹ 29 ਲੋਕ ਇਹਦੇ ਚ 115 ਦੀ ਲਿਸਟ 'ਚ ਜੇ ਤਾਂ ਹੈਗੇ ਆ, ਫਿਰ ਤਾਂ ਹੁਣ ਤੱਕ ਦੀ ਜਾਣਕਾਰੀ ਮੁਤਾਬਕ ਜਿਹੜੇ ਉਹ ਮਿਸਿੰਗ ਨਹੀਂ ਹੈਗੇ। ਜੇ ਉਹ ਲਿਸਟ ਦੇ ਵਿੱਚ ਨਹੀਂ ਹੈਗੇ ਤਾਂ ਇਹਦਾ ਮਤਲਬ ਹੈਗੇ ਆ ਕਿ ਉਹ ਮਿਸਿੰਗ ਹੈਗੇ ਆ, ਇੰਨੇ ਬੰਦੇ ਜੇ ਗੁੰਮ ਨੇ। ਤੇ ਇਹ ਹਜੇ ਅੱਜ ਤੱਕ ਸ਼ਾਮ ਤੱਕ ਦੀ ਲਿਸਟ ਸੀ ਜਦੋਂ ਅਸੀਂ ਦਿੱਲੀ ਸਰਕਾਰ ਨੂੰ ਦਿੱਤੀ ਆ। ਤਾਂ ਇਹ ਜਿਹੜੇ ਨੰਬਰ ਜਾਰੀ ਕੀਤੇ ਆ, ਵਿਕਾਸ ਜੀ ਨੇ ਦੱਸੇ ਹੈਗੇ ਆ, ਤਾਂ ਉਹਨਾਂ ਨੰਬਰਾਂ ਦੇ ਉੱਪਰ ਜਿਹੜੀਆਂ ਹੋਰ ਫੋਨ ਕਾਲਸ ਆਉਣਗੀਆਂ, ਤਾਂ ਉਹ ਇਸੇ ਤਰ੍ਹਾਂ ਇੱਕ ਅਸੀਂ ਬੈਂਚ ਉੱਥੇ ਬੈਠੇ ਹੋਏ ਸੰਯੁਕਤ ਕਿਸਾਨ ਮੋਰਚੇ ਵੱਲੋਂ ਆਪਣੀ ਸਟੇਜ ਦੇ ਪਿੱਛੇ ਸਿੰਘੂ, ਤਾਂ ਉਹ ਸਾਰੀ ਜਾਣਕਾਰੀ ਜਿਹੜੀ ਅਸੀਂ ਹੈਗੀ ਆ ਉਹ ਇਕੱਠੀ ਕਰ ਰਹੇ ਹਾਂ। ਨੰਬਰ ਮੈਂ ਇਹ ਪੰਜਾਬੀ ਦੇ ਵਿੱਚ ਬੋਲ ਦਿੰਦਾ ਹੈਗਾ, 93 158 48 586, 99 142 31 100, 98 140 047 29, 94 164 95 827, 98 133 64 100 पूरा, 81 980 22 033। ਲੋੜ ਨਹੀਂ ਅੰਗਰੇਜ਼ੀ ਚ? बस ठीक है। ਹਾਂ, ठीक है ਇਸ ਤੋਂ ਇਲਾਵਾ इंग्लिश में तो कोई लोड नहीं है अब, बस ठीक है। ਇਸ ਤੋਂ ਇਲਾਵਾ ਇਹ ਵੀ ਅਸੀਂ ਕਹਿ ਕਿ ਜਿਹੜੇ ਟਰੈਕਟਰ ਤੇ ਹੋਰ ਵਹੀਕਲ, ਕਿਉਂਕਿ ਕੋਈ ਨੌਜਵਾਨ ਮੋਟਰਸਾਈਕਲ ਤੇ ਗਿਆ ਜਾਂ ਗੱਡੀ ਤੇ ਗਿਆ, ਕਿ ਜਿੰਨੇ ਟਰੈਕਟਰ ਜਾਂ ਹੋਰ ਵਹੀਕਲ ਲੋਕਾਂ ਦੇ ਗੁੰਮ ਹੋਏ ਵੀ ਨੇ, ਉਹ ਵੀ ਤੁਸੀਂ ਸਾਨੂੰ ਜਿਹੜੇ ਹੈਗੇ ਆ ਉਹ ਜਿਹੜੇ ਉਹਨਾਂ ਦੇ ਅਸਲ ਮਾਲਕ ਆ ਉਹਨਾਂ ਨੂੰ ਮਿਲਣੇ ਚਾਹੀਦੇ ਨੇ। ਤੋ ਇਹਦੇ ਤੇ ਉਹਨਾਂ ਨੇ ਕਿਹਾ ਕਿ 11 ਤੋਂ 12 ਜਿਹੜੇ ਆ ਪੁਲਿਸ ਸਟੇਸ਼ਨ ਨੇ ਦਿੱਲੀ ਦੇ ਵਿੱਚ, ਕਿ ਉਹ ਵੀ ਟੀਮ ਬਣਾ ਕੇ ਜਿਹੜੇ ਤੁਹਾਨੂੰ ਆ ਦੇਖਣੇ ਪੈਣਗੇ। ਤੋ ਉਹਦੀ ਵੀ ਅਸੀਂ ਜਿਹੜਾ ਹੈਗਾ ਟੀਮ ਬਣਾ ਕੇ ਉਹ ਦੇਖਾਂਗੇ ਵੀ ਕਿਹੜੇ ਕਿਹੜੇ ਵਹੀਕਲ ਸਾਡੇ ਕਿਸਾਨਾਂ ਦੇ ਕਿੰਨੇ ਉਹਨਾਂ ਦੇ ਕੋਲੇ ਨਹੀਂ ਗਏ, ਤੇ ਉਹ ਕਿਵੇਂ ਉਹਨਾਂ ਦੇ ਕੋਲੇ ਜਿਹੜੇ ਵਾਪਸ ਹੈਗੇ ਆ ਉਹ ਆ ਸਕਦੇ ਹੈਗੇ ਆ। ਇਹਦੇ ਤੇ ਜਿਹੜੀ ਅਸੀਂ ਵਕੀਲਾਂ ਦੀ ਟੀਮ ਉਹ ਸਾਡੀ ਬਣੀ ਹੋਈ ਹੈਗੀ ਆ, ਤੋ ਉਹ ਅਸੀਂ ਕੱਲ ਨੂੰ ਉਹ ਸਾਰੀ ਜਾਣਕਾਰੀ ਤੁਹਾਡੇ ਤੱਕ ਜਿਹੜੀ ਹੈਗੀ ਆ ਉਹ ਦੇ ਦਾਂਗੇ। ਕੱਲ ਤੱਕ ਉਹਨਾਂ ਦੀਆਂ ਜੇਲ੍ਹ ਦੇ ਵਿੱਚ ਜਿੰਨੀਆਂ ਵੀ ਦਿੱਕਤਾਂ ਨੇ, ਕਿਸੇ ਵੀ ਤਰ੍ਹਾਂ ਦੀ ਲੋੜ ਹੈਗੀ ਆ, ਉਹ ਸ਼ਾਮ ਤੱਕ ਸਾਰੀਆਂ ਜਿਹੜੀਆਂ ਸੰਯੁਕਤ ਕਿਸਾਨ ਮੋਰਚਾ ਵੱਲੋਂ ਜਿੰਨੇ ਲੋਕ ਬੰਦ ਨੇ ਉਹ ਸਾਰੀਆਂ ਹਰ ਪੱਖੋਂ, ਉਹ ਕੱਪੜਿਆਂ ਦੀ ਆ, ਪੈਸਿਆਂ ਦੀ ਆ, ਪਰਿਵਾਰ ਦੇ ਨਾਲ ਮੁਲਾਕਾਤ ਨਹੀਂ ਹੋ ਰਹੀਗੀ, ਉਹ ਹਰ ਤਰ੍ਹਾਂ ਦੀ ਜਿਹੜੀ ਦਿੱਕਤ ਹੈਗੀ, ਕੱਲ ਸ਼ਾਮ ਤੱਕ ਜਿੰਨੇ ਵੀ ਸਾਡੇ ਸੰਘਰਸ਼ੀਲ ਸਾਥੀ ਜੇਲ੍ਹ 'ਚ ਬੰਦ ਆ, ਉਹ ਸਾਰੀਆਂ ਕੱਲ ਸ਼ਾਮ ਤੱਕ ਜਿਹੜੀਆਂ ਨੇ ਉਹ ਸੋਲਵ ਹੋ ਜਾਣਗੀਆਂ। ਉਹਨਾਂ ਦੀ ਜ਼ਮਾਨਤ ਹੋ ਗਈ ਜੀ ਅੱਜ। ਉਹ ਜ਼ਮਾਨਤ ਹੋ ਗਈ ਹੈ, ਬਾਹਰ ਆ ਗਏ ਉਹ। ਜਿਹੜੇ ਮਿਸਿੰਗ ਨੇ ਜੀ ਉਹਨਾਂ ਨੂੰ ਲੈ ਕੇ ਅਗਲੀ ਕਾਰਵਾਈ ਜਿਹੜੀ ਕੀ ਉਲੀਕੀ ਗਈ ਹੈ? ਉਹਦੇ 'ਚ ਇੱਕ ਤਾਂ ਅਸੀਂ ਕਲੈਕਸ਼ਨ ਕਰ ਰਹੇ ਸਾਰੀ, ਉਹ ਨੰਬਰ ਇਸੇ ਕਰਕੇ ਦਿੱਤੇ ਆ, ਕਿਸੇ ਦਾ ਕੋਈ ਵਹੀਕਲ ਮਿਸ ਆ ਜਾਂ ਕੋਈ ਸਾਡਾ ਵੀਰ ਭੈਣ ਉਹ ਤੋਂ ਮਿਸ ਹੈਗੇ ਨੇ, ਤਾਂ ਉਹ ਅਸੀਂ ਲਿਸਟ ਵੀ ਟੈਲੀ ਕਰਾਂਗੇ ਕਿ ਵਾਕਈ ਮਿਸਿੰਗ ਵਾਲੀ ਜਿਹੜੀ ਅਸੀਂ 29 ਦੀ ਅੱਜ ਲਿਸਟ ਦਿੱਤੀ ਆ ਵੀ ਉਹ 29 ਆ ਜਾਂ ਘੱਟ ਹੈਗੇ ਆ। ਤੋ ਜਿਵੇਂ ਜਿਵੇਂ ਸਾਡੇ ਕੋਲ ਜਾਣਕਾਰੀ ਆਊਗੀ ਉਵੇਂ ਉਵੇਂ ਅਸੀਂ ਜਿਹੜਾ ਹੈਗਾ ਕਰ ਰਹੇ ਹੈਗੇ ਆ। ਇਹਦੇ ਵਾਸਤੇ ਸਾਨੂੰ ਕੋਰਟ ਵੀ ਜਿਹੜਾ ਮੂਵ ਕਰਨਾ ਪਿਆ ਤਾਂ ਉਹ ਕੋਰਟ 'ਚ ਵੀ ਅਸੀਂ ਮੂਵ ਕਰਾਂਗੇ, ਔਰ ਜਿਹੜਾ ਹੈਗਾ ਉਹ ਦਿੱਲੀ ਤੇ ਕੇਂਦਰ ਸਰਕਾਰ ਦੇ ਨਾਲ ਵੀ ਮਾਮਲਾ ਉਠਾਵਾਂਗੇ। ਇਹਦਾ ਇਸ ਤਰ੍ਹਾਂ ਹੈ, ਜਿਹੜੇ ਬੰਦੇ ਮਿਸਿੰਗ ਹੈ ਨਾ, ਤੁਸੀਂ ਪੁੱਛਿਆ ਸਾਨੂੰ, ਮਿਸਿੰਗ ਦਾ ਐਜ਼ ਪਰ ਲਾ ਇੱਕ ਪ੍ਰੋਸੀਜਰ ਹੈ। ਜੇ ਤਾਂ ਉਹਨਾਂ ਦੇ ਮਿਸਿੰਗ ਹੈ ਵੀ ਕੋਈ ਪਰਚਾ ਦਰਜ ਹੋ ਗਿਆ, ਫਿਰ ਤਾਂ ਉਹਨਾਂ ਨੂੰ ਜਿਹੜਾ ਪ੍ਰੋਡਿਊਸ ਵਿਦਨ 24 ਆਵਰਸ ਮੈਜਿਸਟ੍ਰੇਟ ਕੋਲ ਕਰਨਾ ਪੈਂਦਾ, ਤੇ ਉਸ ਤੋਂ ਬਾਅਦ ਉਹ ਜੇਲ੍ਹ ਚਲੇ ਜਾਂਦੇ ਨੇ। ਫਿਰ ਜਿਹੜਾ ਬੇਲ ਦਾ ਹੀ ਪ੍ਰੋਸੀਜਰ ਰਹਿੰਦਾ ਉਸ ਤੋਂ ਬਾਅਦ। ਜਿਹੜੇ ਬੰਦੇ ਅਦਰਵਾਈਜ਼ ਮਿਸਿੰਗ ਨੇ, ਇਲੀਗਲ ਕਨਫਾਈਨਮੈਂਟ ਦੇ ਵਿੱਚ ਨੇ, ਜਿਨ੍ਹਾਂ ਦੇ ਖਿਲਾਫ ਅਜੇ ਕੋਈ ਪਰਚਾ ਦਰਜ ਨਹੀਂ ਹੋਇਆ, ਕੋਈ ਐਸੀ ਕਾਰਵਾਈ ਨਹੀਂ ਹੋਈ, ਉਹ ਅਸੀਂ ਜਲਦੀ ਸਾਡੇ ਕੋਲ ਆ ਜਾਣ ਦਿਓ। ਜੇ ਉਹ ਇਸ ਤਰ੍ਹਾਂ ਹੀ
ਇਲੀਗਲ ਕਨਫਾਈਨਮੈਂਟ 'ਚ ਰਹਿੰਦੇ ਨੇ, ਸਾਡੇ ਕੋਲ ਡਿਟੇਲ ਆ ਜੇ ਉਹਨਾਂ ਦੇ ਐਡਰੈਸ, ਪੇਰੈਂਟਸ ਵਗੈਰਾ, ਤਾਂ ਹੈਬਿਸ ਕਾਰਪਸ ਪਟੀਸ਼ਨ ਹੈ ਜਿਹੜੀਆਂ ਉੱਥੇ ਹਾਈ ਕੋਰਟ 'ਚ ਕਰਵਾਵਾਂਗੇ, ਤਾਂ ਕਿ ਉਹਨਾਂ ਨੂੰ ਬਿਨਾਂ ਕਿਸੇ ਪਰਚਾ ਦਰਜ ਤੋਂ, ਬਿਨਾਂ ਕਿਸੇ ਖਤਰੇ ਤੋਂ ਜਾਨੀ ਜਾਂ ਹੋਰ ਨੂੰ, ਉਹਨਾਂ ਨੂੰ ਕੋਰਟ 'ਚ ਪ੍ਰੋਡਿਊਸ ਕੀਤਾ ਜਾਵੇ। ਔਰ ਇਹ ਉਸ ਪਟੀਸ਼ਨ ਦੇ ਵਿੱਚ ਰਿਲੀਫ ਹਮੇਸ਼ਾ ਹੀ ਹੁੰਦਾ ਹੈ ਜਿਹੜੇ ਬੰਦੇ ਇਲੀਗਲ ਕਨਫਾਈਨਮੈਂਟ ਦੇ ਵਿੱਚ ਹੁੰਦੇ ਨੇ, ਉਹਦੀ ਵੀ ਅਸੀਂ ਤਿਆਰੀ ਕਰ ਰਹੇ ਹਾਂ। ਪੂਰੀ ਲਿਸਟ ਸਾਡੇ ਕੋਲ ਆ ਜਾਵੇ ਤਾਂ ਉਸ ਤੋਂ ਬਾਅਦ ਕਰਾਂਗੇ। ਇਹ ਆਫੈਂਸ ਜਿਹੜੇ ਨੇ ਵਿੱਚ ਮੇਰਾ ਖਿਆਲ ਹੈਗਾ ਉਹ ਦੱਸ ਦਿੰਦੇ ਤੁਹਾਨੂੰ, ਅਸੀਂ ਆਫੈਂਸ ਪੜ੍ਹ ਕੇ ਪੜ੍ਹਦੇ ਹੋ ਜਰਾ। ਦੇਖੋ 307 ਤੋਂ ਕੋਈ ਨਹੀਂ ਬਖਸ਼ਿਆ ਉਹਨਾਂ ਨੇ, ਇਰਾਦਾ ਕਤਲ ਸਾਰਿਆਂ ਤੇ ਲਾਈ ਆ, ਜਿੰਨੇ ਲੋਕ ਆ ਇਹ ਜੇਲ੍ਹ ਦੇ ਵਿੱਚ ਬੰਦ ਨੇ। ਜ਼ਿਆਦਾਤਰ ਦੇ ਉੱਪਰ ਜਿਹੜਾ ਹੈਗਾ ਇਹ ਬਾਕੀ ਅਸੀਂ ਲਿਸਟ ਉੱਤੇ ਪਾ ਦਾਂਗੇ। ਇਹ 147, 148, 149, 186, 188, 353, 332, 333, 269, 270, 307 ਤੇ 220 34 IPC ਸਾਰੀਆਂ ਜਿਹੜੀਆਂ ਹੈਗੀਆਂ ਨੇ ਇਹ ਸੈਕਸ਼ਨ ਜਿਹੜੇ ਨੇ PDPP ਐਕਟ ਐਂਡ ਸੈਕਸ਼ਨ 51 ਜਿਹੜਾ ਹੈਗਾ DM ਐਕਟ, ਇਹ ਸਾਰੇ ਜਿਹੜੇ ਆ ਆਲਮੋਸਟ ਜਿੰਨੇ ਲੋਕ 115 ਬੰਦ ਨੇ ਉਹ ਸਾਰਿਆਂ ਦੇ ਉੱਪਰ ਜਿਹੜਾ ਹੈਗਾ, ਜੇ ਕਹਿ ਲਈਏ ਜਿਹੜਾ ਕ੍ਰਿਮੀਨਲ ਲਾਅ ਦੇ ਵਿੱਚ ਜਿੰਨੇ ਅਫੈਂਸ ਲੱਗ ਸਕਦੇ ਆ ਨਾ, ਜ਼ੋਰ ਲਾ ਕੇ ਉਹਨਾਂ ਨੇ ਅਫੈਂਸ ਲਾਏ ਨੇ। 307 ਨਾਨ ਅਵੇਲੇਬਲ ਅਫੈਂਸ ਹੈ, 148 49 ਅਨਲੌਫੁਲ ਅਸੈਂਬਲੀ ਹੈ, 353 ਕਿਸੇ ਸਰਕਾਰੀ ਮੁਲਾਜ਼ਮ ਨੂੰ ਉਸਦੀ ਡਿਊਟੀ ਡਿਸਚਾਰਜ ਕਰਨ ਦੇ ਵਿੱਚ ਵਿਘਨ ਪਾਉਣਾ, ਇਹ 353 ਹਾਂ। ਤਾਂ ਇਹ ਸਾਰੇ ਇਸ ਕਿਸਮ ਦੇ ਅਫੈਂਸ ਨੇ। ਕੋਈ ਅਬਸਟਰਕਸ਼ਨ ਕਿਸੇ ਰਸਤੇ ਦੇ ਵਿੱਚ ਰੋਕਣਾ, ਇੱਕ ਅਫੈਂਸ ਉਹਨਾਂ ਨੇ ਕੋਈ ਛੱਡਿਆ ਕੋਈ ਨਹੀਂ ਹੈ, ਇਹ ਤਾਂ ਕਿ ਕਿਸੇ ਨੂੰ ਕੋਈ ਬੇਲ ਨਾ ਹੋਵੇ, ਹੋਰ ਨਾ ਹੋਵੇ। ਇਹ ਵੀ ਤੁਹਾਨੂੰ ਪਤਾ ਵੀ ਜਿਹੜੇ 36 ਕਿਸਾਨ ਆਗੂ ਇੱਥੇ ਬੈਠੇ ਨੇ, ਇਹਨਾਂ ਦੇ ਖਿਲਾਫ ਵੀ ਇਹਨਾਂ ਹੀ ਅਫੈਂਸ ਦੇ ਅਧੀਨ, ਜਿਹਦੇ ਵਿੱਚ 120 BB ਹੈ, ਕੌਨਸਪੀਰੇਸੀ ਹੁੰਦੀ ਹੈ, ਉਹ ਇਹਨਾਂ ਦੇ ਵਿੱਚ ਸਾਰੇ ਕੇਸ ਦਰਜ ਕੀਤੇ ਨੇ। ਤਾਂ ਕਿਉਂਕਿ ਅੱਜ ਦਾ ਰੂਟੀਨ ਹੋ ਗਿਆ ਹੈ, ਚਾਹੇ ਕੋਈ ਥੋੜਾ ਜਿਹਾ ਵੀ ਕਿਤੇ ਕੋਈ ਰੁਕਾਵਟ ਪਾਵੇ ਤਾਂ 307 ਦਾ ਪਰਚਾ ਦਰਜ ਕਰਨਾ ਹੀ ਹੈ। ਜਿਹੜਾ ਅਟੈਂਪਟ ਟੂ ਮਰਡਰ ਹੈ 302 ਤੋਂ ਕਿਤੇ ਘੱਟ ਹੁੰਦਾ ਹੈ, ਪਰ ਅਟੈਂਪਟ ਟੂ ਮਰਡਰ ਹੈ, ਇਹਦੇ ਵਿੱਚ ਬੇਲ ਬੜੀ ਔਖੀ ਹੁੰਦੀ ਹੈ। ਸਰਕਾਰ ਹਮੇਸ਼ਾ ਕੇਸ ਦਰਜ ਕਰਦੀ ਹੋਏ ਧਿਆਨ ਰੱਖਦੀ ਹੈ ਵੀ ਕਿਤੇ ਅਜਿਹਾ ਨਾ ਹੋਵੇ ਕੋਈ ਬੇਲ ਤੇ ਚਲੇ ਜਾਣ। ਪਰ ਫਿਰ ਵੀ ਐਜੀਟੇਸ਼ਨਾਂ ਦਾ ਵੀ ਸਾਡਾ ਤਰਕ ਹੈ, ਜਿੰਨੇ ਵੀ ਕੇਸ ਐਜੀਟੇਸ਼ਨਾਂ ਵਿੱਚ ਬਣਦੇ ਨੇ, ਜਦੋਂ ਕੋਈ ਐਜੀਟੇਸ਼ਨ ਜਿੱਤੀ ਜਾਂਦੀ ਹੈ, ਸਮਝੌਤਾ ਹੁੰਦਾ, ਮੋਰਚਾ ਜਿੱਤਿਆ ਜਾਂਦਾ ਹੈ, ਤਾਂ ਇਹ ਸਾਰੇ ਕੇਸ ਉਹਦੇ ਨਾਲ ਇਹਨਾਂ ਦਾ ਪਤਨ ਹੋ ਜਾਂਦਾ, ਖਤਮ ਹੋ ਜਾਂਦੇ ਨੇ। ਪਰ ਫਿਰ ਵੀ ਜਿਹੜੇ ਪੇਰੈਂਟਸ ਇਹ ਕੋਸ਼ਿਸ਼ ਕਰਨਗੇ ਵੀ ਉਹਨਾਂ ਦੇ ਬੱਚਿਆਂ ਦੀ ਬੇਲ ਹੋਵੇ, ਉਹ ਜਲਦੀ ਬਾਹਰ ਆਉਣ, ਤਾਂ ਉਹਨਾਂ ਲਈ ਪੈਰਵਾਈ ਕਰਾਂਗੇ। ਸਾਡੀ ਉੱਥੇ ਲੀਗਲ ਟੀਮ ਹੈ, ਜਿਵੇਂ ਦੱਸਿਆ ਇਹਨਾਂ ਨੇ, ਉਹਨਾਂ ਰਾਹੀਂ ਉਹਨਾਂ ਦੀ ਬੇਲ ਐਪਲੀਕੇਸ਼ਨ ਫਾਈਲ ਕਰਵਾਵਾਂਗੇ। ਔਰ ਅਸੀਂ ਕੋਸ਼ਿਸ਼ ਕਰਾਂਗੇ ਪ੍ਰੋਸੀਕਿਊਸ਼ਨ ਤੋਂ ਵੀ ਉਹ ਵੀ ਥੋੜ੍ਹਾ ਬਹੁਤ ਸੰਪੈਥੈਟਿਕ ਐਟੀਟਿਊਡ ਹੈ ਜਿਹੜਾ ਉਹ ਰੱਖੇ, ਕਿਸਾਨਾਂ ਦੇ ਹਿੱਤਾਂ ਨੂੰ ਧਿਆਨ 'ਚ ਰੱਖਦੇ ਹੋਏ, ਤਾਂ ਕਿ ਉਹਨਾਂ ਦੀ ਬੇਲਾਂ ਦੇ ਵਿੱਚ ਬਹੁਤੀ ਰੁਕਾਵਟ ਨਾ ਪਾਈ ਜਾ ਸਕੇ। ਇਹ ਸਾਰੀ ਜਿਹੜੀ ਪ੍ਰਕਿਰਿਆ ਜਾਂ ਸਾਰੀ ਜਿਹੜੀ ਕੋਸ਼ਿਸ਼ ਹੈ, ਅੱਜ ਇਹ ਥੋੜ੍ਹਾ ਕੰਮ, ਕਿਉਂਕਿ ਕੱਲ੍ਹ ਹੀ ਟੀਮ ਬਣੀ ਹੈ, ਅੱਜ ਅਸੀਂ ਇੰਨਾ ਕੰਮ ਕੀਤਾ ਹੈ, ਬਾਕੀ ਕੱਲ੍ਹ ਨੂੰ ਸਾਰਾ ਕੰਮ ਹੈ ਜਿਹੜਾ ਉਹ ਕੀਤਾ ਜਾਊਗਾ। ਔਰ ਅਗਲਾ ਜਿੰਨੀ ਇਨਫੋਰਮੇਸ਼ਨ, ਹੋਰ ਜੋ ਚੀਜ਼ਾਂ ਸਾਨੂੰ ਕੱਲ੍ਹ ਨੂੰ ਮਿਲਣਗੀਆਂ, ਤਾਂ ਸਮੇਂ-ਸਮੇਂ ਸਿਰ ਤੁਹਾਨੂੰ ਥੋੜ੍ਹੇ ਧਿਆਨ ਦੇ ਵਿੱਚ ਲਿਆਂਦੇ ਰਹਾਂਗੇ, ਉਹ ਇਨਫੋਰਮੇਸ਼ਨ ਸਪਲਾਈ ਕਰਦੇ ਰਹਾਂਗੇ। ਧੰਨਵਾਦ। ਪ੍ਰੇਮ ਸਿੰਘ ਜੀ, ਜਿਹੜੇ 115 ਨੇ ਇਹ ਕਿੱਥੋਂ ਦੇ ਨੇ, ਵੈਰੀਫਾਈ ਕਰ ਲਿਆ ਗਿਆ? ਇਹ ਇਸ ਤਰ੍ਹਾਂ ਹੈ ਜੀ ਵੀ ਲਿਸਟ ਅਜੇ ਹੁਣ ਮਿਲੀ ਹੈ, ਅਸੀਂ ਦਿੱਲੀ ਤੋਂ ਸਿੱਧਾ ਹੀ ਹੁਣ ਪਹੁੰਚੇ ਇੱਥੇ ਲੈ ਕੇ ਲਿਸਟ। ਇਹ ਲਿਸਟ ਨੂੰ ਅਸੀਂ ਪੜ੍ਹਨਾ, ਇਸ ਨੂੰ ਮਿਸਿੰਗ ਪਰਸਨ ਜਿਹੜੀ 29 ਦੀ ਲਿਸਟ ਦਿੱਤੀ ਹੈ ਉਹਦੇ ਨਾਲ ਵੀ ਟੈਲੀ ਕਰਨਾ ਵੀ ਆਇਆ ਉਹ ਬੰਦੇ ਵੀ ਇਹਦੇ ਵਿੱਚ ਨੇ, ਉਸ ਤੋਂ ਬਾਹਰ ਨੇ, ਹੋਰ ਵੀ ਕੁਝ ਹੋ ਸਕਦੇ ਨੇ। ਤਾਂ ਇਹ ਸਾਰੀ ਸਟੱਡੀ ਕਰਨ ਤੋਂ ਬਾਅਦ ਅਸੀਂ ਕੱਲ੍ਹ ਨੂੰ ਹੀ, ਕਿਉਂਕਿ ਆਉਂਦੇ ਹੋਏ ਇੰਨਾ ਤਾਂ ਟਾਈਮ ਨਹੀਂ ਹੁੰਦਾ ਵੀ ਕਾਰ 'ਚ ਨੂੰ ਸਟੱਡੀ ਕਰਦੇ ਮਨਿਊਟਲੀ, ਇਹ ਸਟੱਡੀ ਕਰਾਂਗੇ ਤੇ ਇਹ ਜਾਣਕਾਰੀ ਤੁਹਾਨੂੰ ਕੱਲ੍ਹ ਨੂੰ ਜਾਂ ਪਰਸੋਂ ਨੂੰ ਜਦ ਵੀ ਅਸੀਂ ਮੈਸੇਜ ਲਾਵਾਂਗੇ ਤਾਂ ਮੁਹੱਈਆ ਕਰਾਂਗੇ ਉਸ ਤਰ੍ਹਾਂ ਅਕੋਰਡਿੰਗਲੀ। ਇਸ ਮਾਮਲੇ 'ਚ ਗ੍ਰਹਿ ਮੰਤਰਾਲੇ ਨੂੰ ਮਿਲਣ ਦੀ ਕੋਈ ਕੋਸ਼ਿਸ਼ ਹੋਊਗੀ? ਗ੍ਰਹਿ ਮੰਤਰਾਲਾ ਦਾ ਅੱਜ ਸਾਡੇ ਨਾਲ ਹੀ ਸੀ ਉੱਥੇ। ਕੇਂਦਰ ਵਾਲਾ ਉਹ ਦੇਖੋ ਇਸ ਤਰ੍ਹਾਂ ਹੈ ਵੀ ਜਿੰਨਾ ਤਾਂ ਜਿਹੜੀ ਦਿੱਲੀ ਗੌਰਮੈਂਟ ਹੈ ਉਹਦਾ ਗ੍ਰਹਿ ਮੰਤਰਾਲਾ ਜਿੰਨਾ ਤਾਂ ਉਸ ਦੇ ਜੁਰੀਡਿਕਸ਼ਨ ਦੇ ਵਿੱਚ ਹੈ ਜਾਂ ਉਹਦੀ ਪਾਵਰ ਦੇ ਵਿੱਚ ਹੈ, ਉਨਾ ਕੁ ਤਾਂ ਉਹ ਕਰਨਗੇ। ਜੇ ਉਹਨਾਂ ਤੋਂ ਬਾਹਰ ਹੋਏਗਾ, ਜਿਵੇਂ ਸਾਥੀ ਇੰਦਰਜੀਤ ਨੇ ਤੁਹਾਨੂੰ ਦੱਸਿਆ ਹੈ, ਤਾਂ ਉਹਨਾਂ ਨੇ ਸਾਨੂੰ ਅਸ਼ੋਰ ਕੀਤਾ ਹੈ ਕਿ ਅਸੀਂ ਇੱਕ ਰਿਪਰੈਜ਼ੈਂਟੇਸ਼ਨ ਉਹ ਸਾਰੇ ਇਸ਼ੂਜ਼ ਜਿਹੜਾ ਸੈਂਟਰਲ ਹੋਮ ਮਿਨਿਸਟਰੀ ਹੈ ਉਹਦੇ ਨਾਲ ਉਠਾਵਾਂਗੇ, ਜਿਹੜੇ ਰਹਿ ਜਾਣਗੇ। ਇਹ ਉਹਨਾਂ ਨੇ ਅਸ਼ੋਰ ਕੀਤਾ ਸਾਨੂੰ, ਤਾਂ ਉਹ ਉਠਾਉਣਗੇ। ਪਿੱਛੇ ਜਿਹੜਾ ਕਾਊਂਟਰ ਲਗਾਇਆ ਉਹ 150 ਤੋਂ 165 ਦੀ ਗਿਣਤੀ ਦੱਸ ਰਹੇ ਨੇ ਕਿ ਸਾਨੂੰ ਜਿਹੜੇ ਹੁਣ ਤੱਕ ਸਾਨੂੰ ਪਤਾ ਚੱਲ ਚੁੱਕਿਆ, ਲੱਗਦਾ ਨਹੀਂ, ਉਹ ਇਸ ਤਰ੍ਹਾਂ ਹੈ ਨਾ
ਉਹ ਇੱਕ ਲਿਸਟ ਪਹਿਲਾਂ ਇੰਟਰਨੈਟ ਤੋਂ ਕੱਢੀ ਸੀ, ਜਿਸ ਦੇ ਵਿੱਚ ਇੱਕ ਦੇ ਵਿੱਚ ਸਨ 122 ਪਰਸਨ ਤੇ ਇੱਕ ਦੇ ਵਿੱਚ ਸੀ 100 ਆਈ ਥਿੰਕ 63। ਤਾਂ ਇਹ ਬਹੁਤ ਵਿੱਚ ਓਵਰਲੈਪ ਵੀ ਕਰ ਰਹੀ ਹੈ। ਉਹ ਬੜੇ ਬੰਦੇ ਦੋਵੇਂ ਪਾਸੇ ਨੂੰ ਨਾਲ ਲਿਖੇ ਹੋਏ ਸੀ, ਕਿਉਂਕਿ ਸਾਨੂੰ ਅਥੈਂਟਿਕ ਤਾਂ ਮਿਲੀ ਨਹੀਂ ਸੀ। ਅਥੈਂਟਿਕ ਦਾ ਲਿਸਟ ਆ ਜਿਹੜੀ ਹੋਮ ਮਿਨਿਸਟਰੀ ਹੈ ਜਿਹਦੇ ਅੰਡਰ ਪ੍ਰਿਜ਼ਨ ਹੈ, ਉਹਨਾਂ ਨੇ ਅੱਜ ਇਹ ਸਰਟੀਫਿਕੇਟ ਜਾਰੀ ਕੀਤੀ ਹੈ ਵੀ 115 ਬੰਦੇ ਨੇ ਵਿਦ ਦੇਅਰ ਫੁੱਲ ਐਡਰੈਸ ਜੋ ਹੈ, ਤਾਂ ਇਹ ਅਥੈਂਟਿਕ ਹੈ। 115 ਤੋਂ ਵੱਧ ਅਜੇ ਜੇਲ੍ਹ ਦੇ ਵਿੱਚ ਹੈ ਨਹੀਂ, ਉਹ ਬਾਹਰ ਕਿਸੇ ਪੁਲਿਸ ਸਟੇਸ਼ਨ ਦੇ ਵਿੱਚ ਨੇ, ਇਲੀਗਲ ਕਨਫਾਈਨਮੈਂਟ ਦੇ ਵਿੱਚ ਨੇ, ਕਿਤੇ ਰੱਖੇ ਹੋਏ ਨੇ। 29 ਅਸੀਂ ਉਹਨਾਂ ਦੇ ਧਿਆਨ 'ਚ ਲਿਆਂਦੇ ਨੇ। ਅੱਜ ਜੇ ਬਾਕੀ ਹੋਰ ਆਉਣਗੇ ਤਾਂ ਉਹਨਾਂ ਦੇ ਧਿਆਨ 'ਚ ਲਿਆਵਾਂਗੇ, ਇਹਨਾਂ ਦੀ ਪੈਰਵਾਈ ਕਰਾਂਗੇ, ਉਹਨੂੰ ਬਾਹਰ ਕਢਾਵਾਂਗੇ, ਨਹੀਂ ਤਾਂ ਹੈਬਿਸ ਕਾਰਪਸ ਪਟੀਸ਼ਨਾਂ ਦਾਇਰ ਕਰਾਂਗੇ ਜੋ ਲੀਗਲ ਰਾਹ ਹੈ ਇਸ ਦਾ।